ਸਮੇਤ ਸੈਣੀ ਅਕਾਲੀ ਦਲ ਦੀ ਚੁਆਇਸ ਨਹੀਂ ਸੀ। ਸਾਡੀ ਬੀਜੇਪੀ ਨਾਲ ਸਾਡਾ ਸਮਝੌਤਾ ਸੀ ਤੇ ਬੀਜੇਪੀ ਨੇ ਜ਼ਿਆਦਾ ਜ਼ੋਰ ਦੇ ਕੇ ਕਿਹਾ ਕਿ ਸਾਡੀ ਇੱਕ ਗੱਲ ਮੰਨੋ, ਇਹ ਡੀਜੀਪੀ ਲਾਓ। ਜਿੰਨੀ ਕਿ ਮੇਰੀ ਇੱਕ ਦੋ ਸੀਨੀਅਰ ਲੀਡਰ ਨਾਲ ਗੱਲ ਹੋਈ ਆ, ਪ੍ਰਕਾਸ਼ ਸਿੰਘ ਬਾਦਲ ਜੀ ਸਮੇਤ ਸੈਣੀ ਨੂੰ ਕਦੇ ਵੀ ਡੀਜੀਪੀ ਨਹੀਂ ਲਾਉਣਾ ਚਾਹੁੰਦੇ ਸੀ, ਪਰ ਥੋੜ੍ਹਾ ਜਿਹਾ ਸਾਨੂੰ ਆਪਣੀ ਭਾਈਵਾਲ ਪਾਰਟੀ ਦੀ ਮੰਨਣੀ ਪਈ ਤੇ ਲਾਉਣਾ ਪਿਆ, ਤੇ ਮੈਂ ਸਮਝਦਾ ਉਹਦਾ ਸਾਨੂੰ ਖਮਿਆਜਾ ਵੀ ਭੁਗਤਣਾ ਪਿਆ। ਹਾਇਓ ਹੱਲਾ ਤਾਂ ਹਰੇਕ ਪਾਰਟੀ ਕਰਦੀ ਆ, ਹਰੇਕ ਲੀਡਰ ਚੱਕ ਕੇ ਅਕਾਲੀ ਦਲ ਤੇ ਸਵਾਲ ਚੱਕਣੇ ਸ਼ੁਰੂ ਕਰ ਦਿੰਦਾ। ਸਭ ਤੋਂ ਵੱਧ ਜੇ ਬੀਜੇਪੀ ਦੇ ਖਿਲਾਫ ਸਟੈਂਡ ਲਿਆ ਕਿਹਨੇ ਲਿਆ, ਜੇ ਕੁਝ ਕੁਰਬਾਨ ਕੀਤਾ, ਇੰਨੀ ਭਾਈਵਾਲੀ ਤੋੜੀ, ਮੰਤਰੀ ਕੋਈ ਪਿੰਡ ਦੀ ਸਰਪੰਚੀ ਨਹੀਂ ਛੱਡਦਾ, ਜੋ ਸਾਰਾ ਕੁਝ ਛੱਡਿਆ ਕਿਹਨੇ, ਅਕਾਲੀ ਦਲ ਨਹੀਂ ਛੱਡਿਆ। ਵੀਡੀਓ ਚੈੱਕ ਕਰੋ ਨਾ, ਪ੍ਰਧਾਨ ਜੀ ਕਹਿ ਰਹੇ ਨੇ ਕਿ ਤੁਸੀਂ ਇਹ ਜਵਾਨ ਕੀਤੀ ਸੀ ਵੋਟਾਂ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਬੰਦੀ ਸਿੰਘ ਛੱਡਾਂਗੇ, ਅੱਜ ਤੁਸੀਂ ਸਟੈਂਡ ਤੋਂ ਮੁੱਕਰ ਰਹੇ ਹੋ ਤੇ ਸਾਡੇ ਬੰਦੀ ਸਿੰਘ ਛੱਡੋ। ਦੇਸ਼ ਦੇ ਗ੍ਰਹਿ ਮੰਤਰੀ ਦੀ ਅੱਖਾਂ 'ਚ ਅੱਖਾਂ ਪਾ ਕੇ ਛਾਤੀ ਚੌੜੀ ਕਰਕੇ ਉਂਗਲ ਕਰਕੇ ਗੱਲ ਕਰ ਦੇਣੀ, ਇਹ ਕਿਸੇ ਹੋਰ ਲੀਡਰ ਦੇ ਵਿੱਚ ਦਮ ਨਹੀਂ ਹੈ ਇਹ ਗੱਲ ਕਰਨ ਦਾ। ਦਿੱਲੀ ਕਮੇਟੀ ਤੇ ਜਿਹੜਾ ਭਾਜਪਾ ਦਾ ਜਾਂ ਆਰਐਸਐਸ ਦਾ ਕਬਜ਼ਾ ਹੋ ਗਿਆ, ਮੰਨਦੇ ਹੋ? 100% ਕਬਜ਼ਾ ਹੋ ਚੁੱਕਿਆ। ਅਕਾਲੀ ਦਲ ਛਡਾਉਣ ਲਈ ਕੀ ਕਰੂਗਾ? ਅਕਾਲੀ ਦਲ ਤਾਂ ਜਿਹੜਾ ਉਹੀ ਕੰਮ ਅੱਗੇ ਕਰਦਾ ਆਇਆ। ਮਾਨ ਸਾਹਿਬ ਦਾ ਜਿਹੜਾ ਮੈਂ ਕਹਿ ਸਕਦਾ ਕਿ ਗਾਂਧੀ ਪਰਿਵਾਰ ਨਾਲ ਪਿਆਰ ਉਹ ਝਲਕ ਰਿਹਾ। ਦਿੱਲੀ ਦੇ ਵਿੱਚ ਗਲਾਂ ਦੇ ਵਿੱਚ ਹਾਰ ਬਣਾ ਕੇ ਟਾਇਰਾਂ ਦੇ ਅੱਗ ਲਾ ਕੇ ਸਿੱਖ ਮਾਰ ਦਿੱਤੇ। ਹੁਣ ਉਸ ਪਾਰਟੀ ਦੇ ਉਮੀਦਵਾਰ ਨੂੰ ਵੋਟ ਮਾਨ ਸਾਹਿਬ ਪਾ ਰਹੇ ਨੇ। ਇਸ ਤੋਂ ਵੱਡੀ ਮਦਭਾਗੀ ਗੱਲ ਮੈਂ ਸਮਝਦਾ ਕਿ ਹਰ ਸਿੱਖ ਦਾ ਹਿਰਦਾ ਬਲੁੰਦਰਿਆ ਗਿਆ। ਅਕਾਲੀ ਦਲ ਨੇ ਬਿਨਾਂ ਸ਼ਰਤ ਬੀਜੇਪੀ ਦੀ ਹਮਾਇਤ ਕੀਤੀ ਹੈ। ਤੁਸੀਂ ਕਿਹਾ ਕਾਂਗਰਸ ਕਤਲੇਆਮ ਕਰਾਇਆ, ਕਾਂਗਰਸ ਨੇ ਕਾਤਲ ਪਾਰਟੀ ਹੈਗੀ ਹੈ, ਪਰ ਬੀਜੇਪੀ ਵੀ ਕਾਤਲ ਪਾਰਟੀ, ਕਿਉਂਕਿ 700 ਦੇ ਕਰੀਬ ਜਿਹੜੇ ਕਿਸਾਨ ਨੇ ਕਿਸਾਨੀ ਅੰਦੋਲਨ ਦੌਰਾਨ ਮਾਰੇ ਗਏ। ਕਿਸੇ ਇੱਕ ਦਾ ਵੋਟ ਪਾਉਣੀ ਸੀ ਨਾ, ਅਕਾਲੀ ਦਲ ਨੇ ਤਾਂ ਠੋਕ ਕੇ, ਮੈਂ ਤੁਹਾਨੂੰ ਫਿਰ ਉੱਥੇ ਗੱਲ ਆਉਣਾ ਕਿ ਅਸੀਂ ਦ੍ਰੋਪਦੀ ਮੁਰਮ ਜੀ ਨੂੰ ਵੋਟ ਪਾਈ ਆ। ਮੈਂ ਮਨਜਿੰਦਰ ਸਿਰਸਾ ਜੀ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਪਹਿਲਾਂ ਤਾਂ ਇਹ ਦੱਸਣ ਕਿ ਮਨਜਿੰਦਰ ਸਿੰਘ ਸਿਰਸਾ ਜੀ ਦੀ ਅਕਾਲੀ ਦਲ ਤੇ ਆਉਣ ਤੋਂ ਪਹਿਲਾਂ ਹੋਂਦ ਕੀ ਸੀ। ਇਹ ਮੇਰੇ ਸੂਤਰਾਂ ਨੇ ਮੈਨੂੰ ਦੱਸਿਆ, ਪੱਕੀ ਰਿਪੋਰਟ, ਕਿ ਉਹਨਾਂ ਨੇ ਜਿਹੜੀ ਦਿੱਲੀ ਦੀ ਸ਼੍ਰੋਮਣੀ ਕਮੇਟੀ ਆ, ਦਿੱਲੀ ਗੁਰਦੁਆਰਾ ਕਮੇਟੀ, ਉਹਨੂੰ ਸਾਰੇ ਨੂੰ ਬੀਜੇਪੀ ਦੇ ਥੱਲੇ ਲਾਤਿਆ, ਆਰਐਸਐਸ ਦੇ ਥੱਲੇ ਲਾਤਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਮੈਂ ਹਾਂ ਜਗਜੀਤ ਸਿੰਘ ਪੰਜੋਲੀ। ਪੰਜਾਬ ਦੇ ਜਿਹੜੇ ਸਿਆਸੀ ਮਾਹੌਲ ਜਿਹੜਾ ਹੈਗਾ, ਉਹਨੂੰ ਜੇ ਗੱਲ ਕਰੀਏ ਤਾਂ ਸਿਆਸੀ ਮਾਹੌਲ ਦੇ ਵਿੱਚ ਕਾਫੀ ਪਾਰਟੀਆਂ ਦੇ ਵਿੱਚ ਉਥਲ-ਪੁਥਲ ਹੋ ਰਹੀ ਹੈ। ਤੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਪੰਜਾਬੀਆਂ ਦੇ ਖੂਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ, ਕਿਉਂਕਿ ਪੰਜਾਬੀਆਂ ਨੇ ਕੁਰਬਾਨੀਆਂ ਜਿਹੜੀਆਂ ਨੇ ਉਹਦੇ ਲਈ ਬਹੁਤ ਕੀਤੀਆਂ ਨੇ। ਤੇ ਇਸ ਬਾਬਤ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੇ ਜਿਹੜਾ ਅਕਾਲੀ ਦਲ ਦੇ ਮੌਜੂਦਾ ਹਾਲਾਤ ਹੈਗੇ, ਇਸ ਬਾਬਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਰਬਜੀਤ ਸਿੰਘ ਝਿੰਜਰ ਮੌਜੂਦ ਨੇ, ਜਿਹੜੇ ਯੂਥ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਬੁਲਾਰੇ ਹੈਗੇ ਆ ਯੂਥ ਅਕਾਲੀ ਦਲ ਦੇ। ਝਿੰਜਰ ਸਾਹਿਬ, ਗਲੋਬਲ ਪੰਜਾਬ ਟੀਵੀ ਤੇ ਸਵਾਗਤ ਹੈ। ਧੰਨਵਾਦ ਜੀ। ਪਹਿਲਾਂ ਤਾਂ ਤੁਸੀਂ ਕਿਵੇਂ ਦੇਖਦੇ ਹੋ ਸਿਮਰਜੀਤ ਸਿੰਘ ਮਾਨ ਨੂੰ? ਅਕਾਲੀ ਦਲ ਜਿਹੜਾ ਉਹਦੇ ਬਿਆਨ ਦੇ ਕਾਫੀ ਖੰਡਨ ਕਰ ਰਿਹਾ ਹੈਗਾ, ਤੁਸੀਂ ਕਿਵੇਂ ਦੇਖਦੇ ਹੋ ਬਿਆਨ? ਦੇਖੋ, ਸਿਮਰਜੀਤ ਸਿੰਘ ਮਾਨ ਜੀ ਸੰਗਰੂਰ ਤੋਂ ਲੋਕ ਸਭਾ ਚੋਣ ਜਿੱਤ ਕੇ ਗਏ ਨੇ, ਲੋਕ ਸਭਾ ਦੇ ਵਿੱਚ ਦਿੱਲੀ, ਪਰ ਜਿਹੜੇ ਉਹਦੇ ਬਿਆਨ ਨੇ ਉਹ ਬੜੇ ਹੀ ਮਤਭਾਗੇ ਨੇ, ਖਾਸ ਕਰਕੇ ਸਿੱਖ ਕੌਮ ਲਈ, ਕਿਉਂਕਿ ਉਹ ਸਿੱਖ ਕੌਮ ਦੇ ਆਗੂ ਨੇ। ਸਿੱਖ ਕੌਮ ਦੇ ਅਸੀਂ ਉਹਨਾਂ ਨੂੰ ਵਧਾਈ ਵੀ ਦਿੱਤੀ ਸੀ ਕਿ ਉਹ ਜਿੱਤ ਕੇ ਗਏ ਨੇ। ਚਲੋ ਖੇਤਰੀ ਪਾਰਟੀ ਨਾਲ ਸੰਬੰਧ ਨੇ, ਕਿਉਂਕਿ ਦਿੱਲੀ ਏਜੰਡੇ ਦੇ ਖਾਸ ਕਰਕੇ ਮੈਂ ਤਾਂ ਬਹੁਤ ਖਿਲਾਫ ਰਹਿੰਦਾ ਵੀ ਚਲੋ ਮਾਨ ਸਾਹਿਬ ਜਿੱਤ ਕੇ ਗਏ ਨੇ, ਪਰ ਜਿਹੜੇ ਉਹਦੇ ਬਿਆਨ ਆਏ ਨੇ ਬੜੇ ਹੀ ਮਦਭਾਗੇ ਅਤੇ ਬੜੇ ਹੀ ਸ਼ਰਮ ਵਾਲੇ। ਪਹਿਲਾਂ ਉਹਨਾਂ ਦਾ ਬਿਆਨ ਆਉਂਦਾ ਭਗਤ ਸਿੰਘ ਬਾਰੇ, ਜਿਹੜਾ ਕਿ ਹਰੇਕ ਬੰਦੇ ਨੇ ਉਹਦਾ ਖੰਡਨ ਕੀਤਾ। ਦੂਜਾ ਉਹਨਾਂ ਦਾ ਬਿਆਨ ਆਉਂਦਾ ਕਿ ਜਲ੍ਹਿਆਂਵਾਲੇ ਬਾਗ ਦੇ ਵਿੱਚ ਜਨਰਲ ਅਡਵਾਇਰ ਨੇ ਜਿਹੜੀ ਉੱਥੇ ਤਸ਼ੱਦਦ ਕੀਤਾ, ਉੱਥੇ ਗੋਲੀਆਂ ਚਲਾਈਆਂ, ਨਿਹੱਥੇ ਸਾਡੀਆਂ ਮਾਤਾਵਾਂ, ਭੈਣਾਂ, ਨੌਜਵਾਨ, ਬਜ਼ੁਰਗ, ਬੱਚੇ ਸਾਰਿਆਂ ਨੂੰ ਉੱਥੇ ਗੋਲੀਆਂ ਨਾਲ ਭੁੰਨਿਆ, ਅਤੇ ਉਹਨਾਂ ਦੇ ਨਾਨਾ ਜੀ ਨੂੰ ਸਰੋਪਾ ਦਿੰਦੇ ਨੇ, ਅਤੇ ਉਹ ਐਗਰੀ ਕਰਦੇ ਨੇ ਮੀਡੀਆ ਦੇ ਵਿੱਚ ਕਿ ਹਾਂ ਮੇਰੇ ਨਾਨਾ ਜੀ ਨੇ ਠੀਕ ਕੀਤਾ। ਅਤੇ ਨਾਲ ਕਹਿੰਦੇ ਨੇ ਕਿ ਜੇ ਇੰਦਰਾ ਗਾਂਧੀ ਨੂੰ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਸਰੋਪਾ ਉਹ ਦੇ ਦਿੰਦੀ ਤਾਂ ਇਹ ਠੀਕ ਸੀ, ਅਟੈਕ ਨਾ ਹੁੰਦਾ। ਇਹ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਸ਼ਖਸੀਅਤ ਤੋਂ ਬਿਲਕੁਲ ਵੱਖਰੀਆਂ ਨੇ ਅਤੇ ਬੜੀਆਂ ਹੈਰਾਨੀਜਨਕ ਨੇ। ਉਹਨਾਂ ਨਾਨਾ ਜੀ ਨੇ ਮਾਫੀ ਮੰਗ ਲਈ ਸੀਗੀ, ਮਾਫੀ ਜਿਹੜੀ ਉਸ ਵੇਲੇ ਮੰਗ ਲਈ ਸੀਗੀ। ਫਿਰ ਜੇ ਮਾਫੀ ਉਹ ਦੱਸਣ ਨਾ, ਜੇ ਮਾਫੀ ਮੰਗੀ ਸੀ ਜਾ ਕੇ, ਕਿਉਂਕਿ ਸਿੱਖ ਸੰਗਤ ਦੇ ਵਿੱਚ ਉਸ ਸਮੇਂ ਵੀ ਰੋਹ ਸੀ। ਪਰ ਮਾਨ ਸਾਹਿਬ ਬੜੇ ਤਰੀਕੇ ਨਾਲ ਉਹ ਕਹਿ ਰਹੇ ਨੇ ਕਿ ਉਹ ਤਾਂ ਮਾਨ ਸਾਹਿਬ ਤਾਂ ਕਹਿੰਦੇ ਨੇ ਕਿ ਬਹੁਤ ਵਧੀਆ ਕੰਮ ਕੀਤਾ ਜੀ ਮੇਰੇ ਨਾਨਾ ਜੀ ਨੇ। ਅਤੇ ਉਸ ਤੋਂ ਵੀ ਵੱਡੀ ਗੱਲ ਮੈਂ ਕਰਨ ਲੱਗਿਆ ਕਿ ਮਾਨ ਸਾਹਿਬ ਦਾ ਜਿਹੜਾ ਮੈਂ ਕਹਿ ਸਕਦਾ ਕਿ ਗਾਂਧੀ ਪਰਿਵਾਰ ਨਾਲ ਪਿਆਰ ਉਹ ਝਲਕ ਰਿਹਾ। ਕਿਵੇਂ ਝਲਕ ਰਿਹਾ? ਇੱਕ ਤਾਂ ਉਹ ਕਹਿੰਦੇ ਨੇ ਕਿ ਬੀਬੀ ਇੰਦਰਾ ਗਾਂਧੀ ਨੂੰ ਉਸ ਸਮੇਂ ਦੀ ਲੀਡਰਸ਼ਿਪ, ਤਲਵੰਡੀ ਸਾਹਿਬ, ਟੌੜਾ ਸਾਹਿਬ, ਬਾਦਲ ਸਾਹਿਬ, ਜਿਹੜੇ ਵੀ ਲੀਡਰਸ਼ਿਪ ਸੀਗੀ ਉਹ ਸਰੋਪਾ ਦਿੰਦੀ, ਠੰਡਾ ਕਰਦੀ ਬੀਬੀ ਨੂੰ। ਦੂਜਾ ਉਹਨਾਂ ਦਾ ਲੇਟੈਸਟ ਤੁਸੀਂ ਪਿਛਲੇ ਦਿਨੀ ਬਿਆਨ ਪੜ੍ਹਿਆ ਹੋਣਾ ਕਿ ਉਹ ਰਾਹੁਲ ਗਾਂਧੀ ਪ੍ਰਤੀ ਬੜਾ ਰਵੱਈਆ ਨਰਮ ਰੱਖ ਰਹੇ ਨੇ ਕਿ ਜੀ ਬੀਜੇਪੀ ਉਹਦੇ ਨਾਲ ਧੱਕਾ ਕਰ ਰਹੀ ਹੈ। ਅਤੇ ਉਸ ਤੋਂ ਵੱਡੀ ਗੱਲ
ਜਦੋਂ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਆਈ 2 ਉਮੀਦਵਾਰ ਸੀਗੇ ਤੇ 2 ਉਮੀਦਵਾਰਾਂ ਦੇ ਵਿੱਚੋਂ ਉਹਨਾਂ ਨੇ ਕਿਹੜਾ ਚੁਣਿਆ? ਯਸ਼ਵੰਤ ਸਿਨਹਾ, ਜੋ ਕਿ ਕਾਂਗਰਸ ਦਾ ਉਮੀਦਵਾਰ ਸੀ। ਇਸ ਤੋਂ ਮਦਭਾਗੀ ਤੇ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਜਿਹੜੇ ਆਗੂ ਸਾਰੀ ਉਮਰ ਜਿਨ੍ਹਾਂ ਦੀ ਵਿਚਾਰਧਾਰਾ ਇਹ ਰਹੀ ਹੋਵੇ ਕਿ ਜਿਹੜੀ ਕਾਂਗਰਸ ਨੇ ਸਾਡੇ ਸਿੱਖਾਂ ਦੇ ਕਿੰਨੇ ਨੌਜਵਾਨ ਮੁੰਡੇ ਮਾਰ ਦਿੱਤੇ ਹੋਣ, ਹਰਿਮੰਦਰ ਸਾਹਿਬ ਤੇ ਅਟੈਕ ਕਰ ਦਿੱਤਾ ਹੋਵੇ, ਕਿੰਨੇ ਗੁਰਦੁਆਰਿਆਂ ਤੇ ਅਟੈਕ ਕੀਤਾ ਹੋਵੇ, ਦਿੱਲੀ ਦੇ ਵਿੱਚ ਗਲਾਂ ਦੇ ਵਿੱਚ ਹਾਰ ਬਣਾ ਕੇ ਟਾਇਰਾਂ ਦੇ ਅੱਗ ਲਾ ਕੇ ਸਿੱਖ ਮਾਰ ਦਿੱਤੇ ਹੋਣ, ਉਸ ਪਾਰਟੀ ਦੇ ਉਮੀਦਵਾਰ ਨੂੰ ਵੋਟ ਮਾਨ ਸਾਹਿਬ ਪਾ ਰਹੇ ਨੇ। ਇਸ ਤੋਂ ਵੱਡੀ ਮਦਭਾਗੀ ਗੱਲ ਮੈਂ ਸਮਝਦਾ ਕਿ ਹਰ ਸਿੱਖ ਦਾ ਹਿਰਦਾ ਬਲੁੰਦਰਿਆ ਗਿਆ। ਮਾਨ ਸਾਹਿਬ ਨੇ ਉਹ ਤੋਂ ਪਹਿਲਾਂ ਇੱਕ ਸ਼ਰਤਾਂ ਵੀ ਰੱਖੀਆਂ ਵੀ ਜਿਹੜਾ ਘੱਟ ਗਿਣਤੀ ਲਈ ਹਮਾਇਤੀ ਹੋਊਗਾ, ਘੱਟ ਗਿਣਤੀਆਂ ਦੀ ਗੱਲ ਕਰੂਗਾ, ਉਹਨੂੰ ਵੋਟ ਪਾਵਾਂਗੇ। ਤਾਂ ਅਕਾਲੀ ਦਲ ਨੇ ਬਿਨਾਂ ਸ਼ਰਤ ਬੀਜੇਪੀ ਦੀ ਹਮਾਇਤ ਕੀਤੀ ਹੈ। ਤੁਸੀਂ ਕਿਹਾ ਕਾਂਗਰਸ ਕਤਲੇਆਮ ਕਰਾਇਆ, ਕਾਂਗਰਸ ਨੇ ਕਾਤਲ ਪਾਰਟੀ ਹੈਗੀ ਆ, ਪਰ ਬੀਜੇਪੀ ਵੀ ਕਾਤਲ ਪਾਰਟੀ ਕਿਉਂਕਿ 700 ਦੇ ਕਰੀਬ ਜਿਹੜੇ ਕਿਸਾਨ ਨੇ ਕਿਸਾਨੀ ਅੰਦੋਲਨ ਦੌਰਾਨ ਮਾਰੇ ਗਏ। ਅਕਾਲੀ ਦਲ ਨੇ ਕੁਝ ਵੀ ਲੁਕੋ ਕੇ ਨਹੀਂ ਕੀਤਾ, ਜੋ ਕੀਤਾ ਹਿੱਕ ਠੋਕ ਕੇ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਦ੍ਰੋਪਦੀ ਮੁਰਮ ਨੂੰ ਜਿਹੜੀ ਆ ਉਹਨਾਂ ਨੂੰ ਵੋਟ ਪਾ ਰਹੇ ਹਾਂ ਕਿ ਉਹ ਘੱਟ ਗਿਣਤੀ ਪਛੜੀਆਂ ਸ਼੍ਰੇਣੀਆਂ ਐਸੀ ਭਾਈਚਾਰੇ ਉਹਨਾਂ ਦੇ ਵਿੱਚੋਂ ਆਉਂਦੇ ਨੇ ਕਿ ਅਸੀਂ ਉਹਨਾਂ ਨੂੰ ਵੋਟ ਪਾ ਰਹੇ ਹਾਂ। ਤੇ ਅਕਾਲੀ ਦਲ ਨੇ ਬਕਾਇਦਾ ਰਿਟਨ ਦੇ ਵਿੱਚ ਕੋਰ ਕਮੇਟੀ ਨੇ ਇੱਕ ਉਹਨਾਂ ਨੂੰ ਮਤਾ ਬਣਾ ਕੇ ਭੇਜਿਆ ਸੀ ਕਿ ਬਣਨ ਤੋਂ ਬਾਅਦ ਅਸੀਂ ਆਸ ਰੱਖਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ, ਸਿੱਖਾਂ ਦੇ ਘੱਟ ਗਿਣਤੀਆਂ ਦੇ ਮਸਲੇ ਜਿਹੜੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਚੱਕਣ। ਪਰ ਜਿਹੜੇ ਤੁਸੀਂ ਗੱਲ ਕਰਦੇ ਹੋ ਕਿ ਮਾਨ ਸਾਹਿਬ ਨੇ ਲਿਖ ਕੇ ਲੈਟਰ ਭੇਜਿਆ ਸੀ, ਫਿਰ ਉਹਦਾ ਜਵਾਬ ਆ ਗਿਆ। ਦੋਨੋਂ ਉਮੀਦਵਾਰਾਂ ਨੇ ਕਿਸੇ ਨੇ ਜਵਾਬ ਦਿੱਤਾ। ਇਹਦੇ ਨਾਲੋਂ ਤਾਂ ਬਿਹਤਰ ਸੀ ਕਿ ਉਹ ਬਾਈਕਾਟ ਕਰ ਦਿੰਦੇ। ਹਾਲਾਂਕਿ ਅਸੀਂ ਨਹੀਂ ਚਾਹੁੰਦੇ ਕਿ ਇੱਕ ਉਹਨਾਂ ਨੂੰ ਸਰੇਆਮ ਚੁਣਨਾ ਚਾਹੀਦਾ ਸੀ, ਪਰ ਮਾਨ ਸਾਹਿਬ ਦਾ ਇਹ ਦੋਗਲੀ ਨੀਤੀ ਹੈ ਜਿਹੜੀ ਉਹ ਸਾਹਮਣੇ ਬਿਲਕੁਲ ਸਾਹਮਣੇ ਆਈ ਆ। ਤੇ ਉਹਨਾਂ ਨੇ ਮੈਂ ਸਮਝਦਾ ਕਿ ਖਾਸ ਕਰਕੇ ਸਿੱਖਾਂ ਦੇ ਨਾਲ ਜਿਹੜਾ ਇਹ ਠੀਕ ਨਹੀਂ ਕੀਤਾ। ਜਿਹੜੇ ਹਿਰਦੇ ਨੇ ਉਹ ਵਲੂੰਦਰੇ ਗਏ ਨੇ ਸਾਰੇ ਸਿੱਖ। ਬੀਜੇਪੀ ਨੇ ਵੀ ਫਿਰ ਇੱਕ ਐਮਐਸਪੀ ਦੀ ਜਿਹੜੀ ਕਮੇਟੀ ਬਣਾਈ ਹੈ 29 ਮੈਂਬਰੀ ਕਮੇਟੀ ਦੇ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਜਿਹੜੀ ਆ ਖਤਮ ਕਰਤੀ, ਭਾਖੜਾ ਮੈਨੇਜਮੈਂਟ ਬੋਰਡ ਚੋਂ ਖਤਮ ਕਰਤੀ, ਚੰਡੀਗੜ੍ਹ ਦਾ ਮਸਲਾ ਆ ਗਿਆ, ਬਹੁਤ ਸਾਰੇ ਮੁੱਦੇ ਬੀਜੇਪੀ ਨੇ ਜਿਹੜੇ ਘੱਟ ਗਿਣਤੀ ਲਈ ਖਤਰੇ ਦੀ ਘੰਟੀ ਹੈ। ਫਿਰ ਅਕਾਲੀ ਦਲ ਨੇ ਬਿਨਾਂ ਸ਼ਰਤ ਕਿਉਂ ਹਮਾਇਤ ਕੀਤੀ? ਨਹੀਂ, ਬਿਨਾਂ ਸ਼ਰਤ ਕੀਤਾ। ਅਸੀਂ ਜੋ ਤੁਹਾਨੂੰ ਦੱਸਿਆ ਵੀ ਜਿਹੜੀ ਅਸੀਂ ਸਪੋਰਟ ਕੀਤੀ ਆ ਉਹ ਪਹਿਲੀ ਗੱਲ ਤਾਂ ਜਿਹੜੇ ਉਮੀਦਵਾਰ ਸੀ ਉਹਦੇ ਕਿਰਦਾਰ ਨੂੰ ਕੀਤੀ ਹੈ। ਬੀਜੇਪੀ ਦੇ ਨਾਲ ਸਾਡੀ ਕੋਈ ਰਾਇਤ ਨਹੀਂ, ਕੋਈ ਵੀ। ਇਹ ਗੱਲ ਦੱਸੋ, ਹਾਇਓ ਹੱਲਾ ਤਾਂ ਹਰੇਕ ਪਾਰਟੀ ਕਰਦੀ ਆ, ਹਰੇਕ ਲੀਡਰ ਚੱਕ ਕੇ ਅਕਾਲੀ ਦਲ 'ਤੇ ਸਵਾਲ ਚੱਕਣੇ ਸ਼ੁਰੂ ਕਰ ਦਿੰਦਾ, ਪਰ ਸਭ ਤੋਂ ਵੱਧ ਜੇ ਬੀਜੇਪੀ ਦੇ ਖਿਲਾਫ ਸਟੈਂਡ ਲਿਆ ਕਿਹਨੇ ਲਿਆ? ਜੇ ਕੁਝ ਕੁਰਬਾਨ ਕੀਤਾ, ਇੰਨੀ ਭਾਈਵਾਲੀ ਤੋੜੀ, ਮੰਤਰੀ ਕੋਈ ਪਿੰਡ ਦੀ ਸਰਪੰਚੀ ਨਹੀਂ ਛੱਡਦਾ, ਜੋ ਸਾਰਾ ਕੁਝ ਛੱਡਿਆ ਕਿਹਨੇ? ਅਕਾਲੀ ਦਲ ਨਹੀਂ ਛੱਡਿਆ। ਹੋਰ ਕੋਈ ਦੱਸੇ ਤਾਂ ਸਹੀ ਨਾ ਕਿ ਤੇ ਅੱਜ ਕਿਸੇ ਦੀ ਆਵਾਜ਼ ਨਹੀਂ ਬੀਜੇਪੀ ਦੇ ਖਿਲਾਫ ਨਿਕਲਦੀ, ਇੱਕ ਚੂੰ ਤੱਕ ਨਹੀਂ ਕੋਈ ਬੀਜੇਪੀ ਦੇ ਖਿਲਾਫ ਕਰਦਾ। ਤੇ ਅਕਾਲੀ ਦਲ ਤਾਂ ਸਰੇਆਮ ਹਿੱਕ ਤੇ ਚੜ੍ਹ ਕੇ ਧਰਨੇ ਲਾ ਰਿਹਾ, ਫਿਰ ਬੋਲ ਰਿਹਾ। ਤੇ ਸਾਨੂੰ ਇਹ ਨਿੰਦਦੇ ਨੇ। ਮਾਨ ਸਾਹਿਬ ਦਾ ਕੋਈ ਬਿਆਨ ਨਹੀਂ, ਚੰਡੀਗੜ੍ਹ ਸਾਰਾ ਯੂਨੀਵਰਸਿਟੀ ਉਹਨਾਂ ਨੂੰ ਦੇਤੀ ਤੇ ਵੱਖਰੀ ਜ਼ਮੀਨ ਮੰਗੀ ਜਾਂਦੇ ਨੇ। ਮਾਨ ਸਾਹਿਬ ਸ਼ਰਮਨਾਕ ਬਿਆਨ ਆਉਂਦੇ ਨੇ, ਕੋਈ ਦੱਸੇ ਤਾਂ ਸਹੀ ਨਾ। ਸਾਰੇ ਦਿੱਲੀ ਦੇ ਥੱਲੇ ਲੱਗੇ ਹੋਏ ਨੇ ਤੇ ਜਿਹੜਾ ਦਿੱਲੀ ਨੂੰ ਲਲਕਾਰ ਰਿਹਾ ਅਕਾਲੀ ਦਲ, ਉਹ ਅਕਾਲੀ ਦਲ ਤੇ ਉਂਗਲੀਆਂ ਚੁੱਕ ਰਹੇ ਨੇ। ਇਹ ਸਾਰੀ ਬੜੀ ਤਰੀਕੇ ਨਾਲ ਸ਼ਾਦੀ ਤਹਿਤ ਅਕਾਲੀ ਦਲ ਨੂੰ ਮਾਰਨ ਦੀ ਕੋਸ਼ਿਸ਼ ਆ, ਤਾਂ ਕਿ ਅਕਾਲੀ ਦਲ ਮਰ ਗਿਆ ਤਾਂ ਪੰਜਾਬ ਦੀ ਆਵਾਜ਼ ਮਰ ਜਾਣੀ ਹੈ। ਅਕਾਲੀ ਦਲ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਜਿਹੜਾ ਮਤਭੇਦ ਹੈਗਾ, ਕਿਉਂਕਿ ਮਨਪ੍ਰੀਤ ਆਲੀ ਜਿਹੜੇ ਹੈਗੇ ਨੇ ਉਹਨਾਂ ਨੇ ਵਿਰੋਧ ਕੀਤਾ, ਬਾਈਕਾਟ ਕੀਤਾ ਚੋਣਾਂ ਦਾ। ਕਹਿੰਦੇ ਜਿਹੜੀ ਕਿਸਾਨਾਂ ਦੀ ਕਾਤਲ ਪਾਰਟੀ ਹੈ ਮੈਂ ਉਹਦੀ ਹਮਾਇਤ ਨਹੀਂ ਕਰ ਸਕਦਾ। ਉਹਨਾਂ ਦਾ ਆਪਣਾ ਇੰਡੀਵਿਜੂਅਲ ਸੀਗਾ ਉਹ, ਪਰ ਕਿਸੇ ਇੱਕ ਦਾ ਵੋਟ ਪਾਉਣੀ ਸੀ ਨਾ। ਅਕਾਲੀ ਦਲ ਨੇ ਤਾਂ ਠੋਕ ਕੇ, ਮੈਂ ਤੁਹਾਨੂੰ ਫਿਰ ਉੱਥੇ ਗੱਲ ਆਉਂਦਾ ਕਿ ਅਸੀਂ ਦ੍ਰੋਪਦੀ ਮੁਰਮ ਜੀ ਨੂੰ ਵੋਟ ਪਾਈ ਆ। ਬੀਜੇਪੀ ਦੇ ਖਿਲਾਫ ਜਿਹੜਾ ਸਾਡਾ ਸੰਘਰਸ਼ ਹੈ, ਜਿਹੜਾ ਉਹਦੇ ਖਿਲਾਫ ਸਾਡਾ ਆਵਾਜ਼ ਆ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੇ ਲਈ, ਜੋ ਘੱਟ ਗਿਣਤੀਆਂ ਲਈ, ਜੋ ਸਾਡੇ ਧੱਕੇ ਲਈ, ਉਹ ਤਾਂ ਅਸੀਂ ਬੀਜੇਪੀ ਦੇ ਖਿਲਾਫ ਠੋਕ ਕੇ ਤਾਂ ਫਿਰ ਠੋਕ ਕੇ ਜਾ ਕੇ ਉੱਤੇ ਧਰਨੇ ਲਾ ਰਹੇ ਹਾਂ, ਹਿੱਕ ਠਾ ਕੇ ਬੈਠੇ ਹਾਂ। ਜਿਹੜਾ ਮਨਪ੍ਰੀਤ ਆਲੀ ਸਾਤੋਂ ਬਾਹਰ ਨਹੀਂ ਹੈਗੇ, ਉਹ ਸਾਡੇ ਸਤਿਕਾਰਯੋਗ, ਸਾਡੇ ਮੇਰੇ ਵੱਡੇ ਭਰਾ ਨੇ, ਸੀਨੀਅਰ ਸਾਡੇ ਆਗੂ ਨੇ। ਉਹਨਾਂ ਦਾ ਆਪਣਾ ਸਹੀ ਠੀਕ ਆ, ਜੋ ਉਹਨਾਂ ਠੀਕ ਲੱਗਿਆ ਉਹਨੇ ਕੀਤਾ। ਬਾਕੀ ਇਹਦੇ ਬਾਰੇ ਦਿੱਲੀ ਦੀ ਗੱਲ ਕੀਤੀ ਹੈ, ਮਨਜਿੰਦਰ ਸਿਰਸਾ ਕਹਿੰਦੇ ਡਰਾਮਾ ਕਰ ਰਿਹਾ ਅਕਾਲੀ ਦਲ, ਜਦ ਕਿ ਮਨਜਿੰਦਰ ਸਿਰਸਾ ਜਿਹੜੇ ਨੇ ਲੰਮਾ ਸਮਾਂ ਅਕਾਲੀ ਦਲ ਦਾ ਹਿੱਸਾ ਰਹੇ ਨੇ। ਉਹ ਕਹਿੰਦੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦਿੱਲੀ ਦੇ ਵਿੱਚ ਆ ਕੇ ਡਰਾਮਾ ਕਰ ਰਿਹਾ, ਲੋਕ ਇਹਨਾਂ ਨਾਲ ਨਹੀਂ ਜੁੜਨਗੇ। ਮਨਜਿੰਦਰ ਸਿਰਸਾ ਜੀ ਬਾਰੇ ਤੁਸੀਂ ਗੱਲ ਕੀਤੀ ਆ, ਉਹ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ, ਉਹਨਾਂ ਦੇ OSD ਵੀ ਰਹੇ ਨੇ, ਉਹਨਾਂ ਨੇ ਪਾਰਟੀ ਦੇ ਜਨਰਲ ਸੈਕਟਰੀ ਵੀ ਰਹੇ ਨੇ। ਤੇ ਮਨਜਿੰਦਰ ਸਿਰਸਾ ਜੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ। ਭਾਵੇਂ ਕਿ ਮੈਂ ਉਹਨਾਂ ਦੀ ਹਰ ਚੋਣ ਦੇ ਵਿੱਚ ਉੱਥੇ ਜਾ ਕੇ ਪ੍ਰਚਾਰ, ਪਾਰਟੀ ਮੇਰੀ ਡਿਊਟੀ ਲਾਉਂਦੀ ਸੀ, ਮੈਂ ਕਰਦਾ ਰਿਹਾ ਦਿੱਲੀ ਜਾ ਕੇ, ਪਰ ਜਿੱਥੇ ਗੱਲ ਪਾਰਟੀ ਦੀ ਉੱਥੇ ਸਾਡਾ ਸਟੈਂਡ ਬਿਲਕੁਲ ਸਪਸ਼ਟ ਪਾਰਟੀ ਨਾਲ ਹੈ। ਮੈਂ ਮਨਜਿੰਦਰ ਸਿਰਸਾ ਜੀ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ। ਪਹਿਲਾਂ ਤਾਂ ਇਹ ਦੱਸਣ ਕਿ ਮਨਜਿੰਦਰ ਸਿੰਘ ਸਿਰਸਾ ਜੀ ਦੀ ਅਕਾਲੀ ਦਲ ਤੇ ਆਉਣ ਤੋਂ ਪਹਿਲਾਂ ਹੋਂਦ ਕੀ ਸੀ? ਜੇ ਮਨਜਿੰਦਰ ਸਿੰਘ ਸਿਰਸਾ ਜੀ ਨੂੰ ਉਹਦਾ ਨਾਮ ਬਣਿਆ, ਉਹਨਾਂ ਦੀ ਹੋਂਦ ਬਣੀ, ਜੇ ਉਹਨਾਂ ਨੂੰ ਸਟੈਂਡ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਪਾਰਟੀ ਨੇ ਕੀਤਾ ਨਾ। ਤੇ ਪਾਰਟੀ ਨੇ ਉਹਨਾਂ ਨੂੰ ਦਿੱਲੀ ਕਮੇਟੀ ਦਾ ਪ੍ਰਧਾਨ ਬਣਾਇਆ ਤੇ ਪਾਰਟੀ ਦੀ ਪਿੱਠ ਦੀ ਛੁਰਾ ਵਿੱਚ ਮਾਰ ਕੇ ਅੱਜ ਉਹ ਬੀਜੇਪੀ ਨਾਲ ਰਲ ਗਏ। ਤੇ ਅੱਜ ਮੈਂ ਤੁਹਾਨੂੰ ਇੱਕ ਹੋਰ ਖੁਲਾਸਾ ਕਰਨਾ ਚਾਹੁੰਦਾ। ਮਨਜਿੰਦਰ ਸਿਰਸਾ ਜੀ ਬੜੀ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਉਂਗਲੀਆਂ ਚੱਕ ਰਹੇ ਨੇ। ਮੈਂ ਮਨਜਿੰਦਰ ਸਿਰਸਾ ਜੀ ਨੂੰ ਦੱਸਣਾ ਚਾਹੁੰਦਾ, ਕਿਉਂਕਿ ਮੈਂ ਬੋਲਣਾ ਨਹੀਂ ਚਾਹੁੰਦਾ ਸੀ, ਪਰ ਤੁਸੀਂ ਹੁਣ ਸਵਾਲ ਪੁੱਛ ਲਿਆ।
ਇੱਥੇ ਜਦੋਂ ਮਨਜਿੰਦਰ ਸਿਰਸਾ ਜੀ ਪੰਜਾਬ ਦੇ ਵਿੱਚ ਸਲਾਹਕਾਰ ਬਣੇ ਫਿਰਦੇ ਸੀ ਪ੍ਰਧਾਨ ਜੀ ਦੇ, ਸਾਰੀ ਲੀਡਰਸ਼ਿਪ A to Z ਸਾਰੀ ਉਹਦੇ ਖਿਲਾਫ ਸੀ, ਕਿਉਂਕਿ ਦਿੱਲੀ ਨੂੰ ਤਾਂ ਅਸੀਂ ਬਰਦਾਸ਼ਤ ਹੀ ਨਹੀਂ ਕਰਦੇ। ਤੇ ਦਿੱਲੀ ਤੋਂ ਕੋਈ ਆਗੂ ਆ ਕੇ ਇੱਥੇ ਪਾਰਟੀ ਨੂੰ ਚਲਾਉਣ ਦੀ ਕੋਸ਼ਿਸ਼ ਕਰੇ, ਉਹਨੂੰ ਤਾਂ ਕੋਈ ਬਰਦਾਸ਼ਤ ਨਹੀਂ ਕਰਦਾ। ਹੋਰ ਤੁਹਾਨੂੰ ਗੱਲ ਦੱਸਦਾ, ਇਹ ਮੇਰੇ ਸੂਤਰਾਂ ਨੇ ਮੈਨੂੰ ਦੱਸਿਆ, ਪੱਕੀ ਰਿਪੋਰਟ, ਕਿ ਉਹਨਾਂ ਨੇ ਜਿਹੜੀ ਦਿੱਲੀ ਦੀ ਸ਼੍ਰੋਮਣੀ ਕਮੇਟੀ ਆ, ਦਿੱਲੀ ਗੁਰਦੁਆਰਾ ਕਮੇਟੀ, ਉਹਨੂੰ ਸਾਰੇ ਨੂੰ BJP ਦੇ ਥੱਲੇ ਲਾਤਿਆ, RSS ਦੇ ਥੱਲੇ ਲਾਤਿਆ। ਪ੍ਰਧਾਨ ਜੀ ਉੱਥੇ ਕਾਲਕਾ ਸਾਹਿਬ ਪ੍ਰਧਾਨ ਨੇ ਹਰਮੀਤ ਸਿੰਘ ਕਾਲਕਾ, ਜੋ ਦੇਖਣ ਨੂੰ ਹੀ ਪ੍ਰਧਾਨ ਲੱਗ ਰਹੇ ਨੇ ਪਰ ਧਾਹਾਂ ਮਾਰ ਮਾਰ ਰੋ ਰਹੇ ਨੇ, ਕਿਉਂਕਿ BJP ਨੇ ਨਸ ਦੱਬੀ ਹੋਈ ਹੈ ਉਹਨਾਂ ਦੀ। ਉਹਨਾਂ ਦੀਆਂ ਅਕਾਲੀ ਦਲ ਵਿਰੋਧ ਕਿਉਂ ਨਹੀਂ ਕਰਦਾ? ਜਦੋਂ ਅਮਿਤ ਸ਼ਾਹ ਜਾਂਦੇ ਆ ਤਾਂ ਉੱਥੇ ਸੁਖਬੀਰ ਬਾਦਲ ਸਿਰਫ ਰਿਕੁਐਸਟ ਕਰਦੇ ਆ, ਜਦ ਕਿ ਜਿਹੜੇ ਅਕਾਲੀ ਦਲ ਦੇ ਪਹਿਲੇ ਲੀਡਰ ਸੀਗੇ ਉਹ ਸ਼ਰੇਆਮ ਲਲਕਾਰ ਕੇ ਗੱਲ ਕਰਦੇ ਸੀ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਸੀ, ਉਹ ਰਿਕੁਐਸਟ ਕਰ ਰਹੇ ਸੀ। ਬਿਲਕੁਲ, ਜੋ ਪੰਜੋਲੀ ਸਾਹਿਬ ਗੱਲ ਦੱਸੋ, ਪੂਰਾ ਠੋਕ ਕੇ ਉਹਨਾਂ ਨੇ ਅਮਿਤ ਸ਼ਾਹ ਜੀ ਨੂੰ ਘੇਰਿਆ, ਪ੍ਰਧਾਨ ਜੀ ਨੇ, ਉਹਨਾਂ ਨੇ ਆਪਣਾ ਗਡਕਰੀ ਜੀ ਨੂੰ ਘੇਰਿਆ, ਉਹਨਾਂ ਨੇ ਰਾਜਨਾਥ ਜੀ ਨੂੰ ਘੇਰਿਆ। ਹੋਰ ਉੱਥੇ ਕੋਈ ਗਲਾਮਾ ਥੋੜ੍ਹਾ ਫੜਨਾ ਹੁੰਦਾ ਦੇਸ਼ ਦੇ, ਆਖਰਕਾਰ ਨੂੰ ਕੋਈ ਮਰਿਆਦਾ ਵੀ ਹੁੰਦੀ ਆ, ਕਿ ਇੱਕ ਸ਼ਬਦਾਂ ਦੀ ਮਰਿਆਦਾ ਹੁੰਦੀ ਆ। ਹੋਰ ਕੋਈ ਚਰਾਹੇ ਵਾਲੀ ਪਾਰਟੀ ਤਾਂ ਹੈ ਨਹੀਂ, ਸ਼੍ਰੋਮਣੀ ਅਕਾਲੀ ਦਲ ਇੱਕ ਮਰਿਆਦਾ ਵਾਲੀ ਪਾਰਟੀ ਆ, ਜੋ ਦੇਸ਼ ਦੀ ਸੰਸਦ ਦੇ ਵਿੱਚ ਜਾ ਕੇ ਖੜ੍ਹ ਕੇ ਤਖਤੀ ਫੜ ਕੇ ਇੱਕ ਠੋਕ ਕੇ ਗੱਲ ਕਹਿ ਰਿਹਾ ਕਿ ਤੁਸੀਂ ਜਵਾਨ ਕੀਤੀ ਸੀ। ਵੀਡੀਓ ਚੈੱਕ ਕਰੋ ਨਾ, ਪ੍ਰਧਾਨ ਜੀ ਕਹਿ ਰਹੇ ਨੇ ਕਿ ਤੁਸੀਂ ਜਵਾਨ ਕੀਤੀ ਸੀ ਵੋਟਾਂ ਤੋਂ ਪਹਿਲਾਂ, ਕਿ ਅਸੀਂ ਤੁਹਾਡੇ ਬੰਦੀ ਸਿੰਘ ਛੱਡਾਂਗੇ। ਅੱਜ ਤੁਸੀਂ ਸਟੈਂਡ ਤੋਂ ਮੁੱਕਰ ਰਹੇ ਹੋ ਤੇ ਸਾਡੇ ਬੰਦੀ ਸਿੰਘ ਛੱਡੋ। ਦੇਸ਼ ਦੇ ਗ੍ਰਹਿ ਮੰਤਰੀ ਦੀ ਅੱਖਾਂ 'ਚ ਅੱਖਾਂ ਪਾ ਕੇ ਛਾਤੀ ਚੌੜੀ ਕਰਕੇ ਉਂਗਲ ਕਰਕੇ ਗੱਲ ਕਰ ਦੇਣੀ, ਇਹ ਕਿਸੇ ਹੋਰ ਲੀਡਰ ਦੇ ਵਿੱਚ ਦਮ ਨਹੀਂ ਹੈ ਇਹ ਗੱਲ ਕਰਨ ਦਾ। ਤੇ ਤੁਸੀਂ ਇੱਕ ਗੱਲ ਤਾਂ ਹੁਣ ਆਪ ਹੀ ਗੱਲ ਕਹੀ ਹੈ ਵੀ ਦਿੱਲੀ ਕਮੇਟੀ ਤੇ ਜਿਹੜਾ ਭਾਜਪਾ ਦਾ ਜਾਂ RSS ਦਾ ਕਬਜ਼ਾ ਹੋ ਗਿਆ, ਮੰਨਦੇ ਹੋ? 100% ਕਬਜ਼ਾ ਹੋ ਚੁੱਕਿਆ। ਅਕਾਲੀ ਦਲ ਛਡਾਉਣ ਲਈ ਕੀ ਕਰੂਗਾ? ਅਕਾਲੀ ਦਲ ਤਾਂ ਜਿਹੜਾ ਉਹੀ ਕੰਮ ਅੱਗੇ ਕਰਦਾ ਆਇਆ, ਕਿ ਮੋਰਚੇ ਸਾਰੀ ਜਿਹੜੀ ਉੱਥੇ ਦੀ ਇਹ ਵੱਡੀ ਲੀਡਰਸ਼ਿਪ ਮੋਰਚਾ ਇਹਨੂੰ ਵਿਚਾਰ ਕੇ ਜੋ ਵੀ ਬੈਟਰ ਸਿੱਖਾਂ ਲਈ ਕਰਿਆ ਜਾਊਗਾ, ਗੁਰਦੁਆਰਾ ਸਾਹਿਬ ਦੀ ਉੱਥੇ ਜਿਹੜੀ RSS ਦੀ ਜਿਹੜੀ ਵਿੱਚ ਇੰਟਰਫੇਅਰ ਹੋ ਗਈ, ਉਹਨੂੰ ਛਡਾਉਣ ਲਈ ਕੀਤਾ ਜਾਊਗਾ। ਅੱਛਾ, ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ, ਕਈ ਪੰਜਾਬ ਦੇ ਵਿਦਵਾਨ ਇਹ ਜਿਹੇ ਨੇ ਨਾ, ਜਿਹੜੇ ਅਕਾਲੀ ਦਲ ਨੂੰ ਬੜਾ ਘੇਰਦੇ ਨੇ ਕਿ ਤੁਸੀਂ ਜੀ RSS ਨਾਲ ਸਮਝੌਤਾ ਕਰ ਲਿਆ, ਤੁਸੀਂ BJP ਨਾਲ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਸਮਝੌਤਾ ਸੀ, ਸਮਝੌਤੇ ਸ਼ਰਤਾਂ 'ਤੇ ਹੋਇਆ ਕਰਦੇ ਨੇ। ਜੇ ਰਾਜੋਆਣਾ ਸਾਹਿਬ ਜੀ ਦੀ ਉਦੋਂ ਫਾਂਸੀ ਦੀ ਗੱਲ ਹੋਈ ਸੀ ਤਾਂ ਅਕਾਲੀ ਦਲ ਜੇ BJP ਗੱਲ ਸਮਝੌਤਾ ਸੀ ਤਾਂ ਜਾ ਕੇ ਰੁਕਵਾਇਆ ਸੀ। ਕਿੰਨੀਆਂ ਜਿਹੜੀਆਂ ਮੰਗਾਂ ਨੇ ਉਹ ਅਕਾਲੀ ਦਲ ਨੇ BJP ਨੂੰ ਕਹਿ ਕੇ ਉੱਥੇ ਨਾਲ ਮਨਵਾਈਆਂ ਨੇ। ਅਕਾਲੀ ਦਲ ਦੀ ਇੱਥੇ ਸਰਕਾਰ ਸੀਗੀ ਤੇ ਅਕਾਲੀ ਦਲ ਆਪਣੀ ਸਰਕਾਰ ਦੇ ਵਿੱਚ ਸਾਰਾ ਕੁਝ ਮਤਲਬ ਜਿਹੜਾ ਦਿੱਲੀ ਤੋਂ ਕਰਵਾਉਣ ਦੀ ਆਪਣੇ ਪੰਜਾਬ ਦੇ ਹੱਕ ਵਿੱਚ ਪੂਰਨ ਕੋਸ਼ਿਸ਼ ਕਰਦਾ ਸੀ। ਤੇ ਪੰਜਾਬ ਇੱਕ ਗੱਲ ਦੇਖੋ, ਕਿਸਾਨੀ ਸੰਘਰਸ਼ ਦੇ ਵਿੱਚ BJP ਨਾਲ ਨਾਤਾ ਤੋੜਿਆ, ਸ਼੍ਰੋਮਣੀ ਅਕਾਲੀ ਦਲ ਨੇ ਤੋੜਿਆ, ਵਜ਼ੀਰੀ ਛੱਡੀ, ਸ਼੍ਰੋਮਣੀ ਅਕਾਲੀ ਦਲ ਨੇ ਛੱਡੀ। ਤੇ ਜਿਹੜੇ ਬੰਦੇ ਸਵਾਲ ਚੱਕਦੇ ਸੀ ਉਹ ਬੰਦੇ ਪਿੰਡਾਂ ਦੇ ਵਿੱਚ BJP ਦੇ ਬੂਥ ਲਾਈ ਬੈਠੇ ਸੀ। ਜਿਹੜੀ ਪਾਰਟੀ ਨੇ 750 ਤੋਂ ਵੱਧ ਸ਼ਹੀਦ ਬੰਦੇ ਕਰਤੇ। ਗੱਲ ਕੀ ਆ, BJP ਕਿਸੇ ਨੂੰ ਡਰਾ ਕੇ ਲਿਜਾ ਰਹੀ ਆ, ਕਿਸੇ ਨੂੰ ਲਾਲਚ ਨਾਲ ਲਿਜਾ ਰਹੀ ਆ, ਇਹ ਸਾਰਾ ਕੁਝ ਚੱਲ ਰਿਹਾ। ਸ਼੍ਰੋਮਣੀ ਅਕਾਲੀ ਦਲ ਦੀ BJP ਨਾਲ ਸਾਂਝ ਸੀ ਤਾਂ ਉਹ ਕਿਸੇ ਸ਼ਰਤਾਂ 'ਤੇ ਕਿਸੇ ਵਿਚਾਰਾਂ ਦੇ ਨਾਲ ਸਾਂਝ ਸੀਗੀ। ਤੇ ਜਦੋਂ ਉਹਨਾਂ ਨੇ ਸਾਡੀ ਪਿੱਠ ਦੇ ਵਿੱਚ ਪੰਜਾਬ ਛੁਰਾ ਮਾਰਿਆ, ਅਸੀਂ ਨਾਲ ਦੀ ਨਾਲ ਪਰੇ ਹੋ ਗਏ। ਤੁਸੀਂ ਇੱਕ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ, SYL ਗਾਣੇ ਨੂੰ ਲੈ ਕੇ ਪਿਛਲੇ 15 ਜੁਲਾਈ ਨੂੰ ਮਾਰਚ ਵੀ ਕੀਤਾ ਗਿਆ। ਇੱਕ ਰਿਹਾਈ ਗਾਣੇ ਨੂੰ ਲੈ ਕੇ ਇੱਕ SYL ਗਾਣਾ ਜਿਹੜਾ ਹੈਗਾ ਉਹਨੂੰ ਬੰਦ ਕਰਨ ਦੇ ਮਾਮਲੇ 'ਤੇ SY ਨੇ ਜਿਹੜਾ ਪ੍ਰਦਰਸ਼ਨ ਕੀਤਾ ਹੈਗਾ। ਤੇ ਕਿਵੇਂ ਲੱਗਦਾ ਵੀ SYL ਗਾਣੇ ਦੇ ਵਿੱਚ ਬਲਵਿੰਦਰ ਜਟਾਣੇ ਦਾ ਜ਼ਿਕਰ ਆਉਂਦਾ ਤੇ ਬਲਵਿੰਦਰ ਜਟਾਣੇ ਨੂੰ ਮਾਰਨ ਦੇ ਵਿੱਚ ਜਾਂ ਉਹਦੇ ਪਰਿਵਾਰ ਨੂੰ ਮਾਰਨ ਦੇ ਵਿੱਚ ਸਮੇਧ ਸੈਣੀ ਦਾ ਹੱਥ ਸੀਗਾ। ਤੇ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਤਾਂ ਸਮੇਧ ਸੈਣੀ ਨੂੰ ਤੁਸੀਂ DGP ਲਾ ਕੇ ਰੱਖਿਆ ਅਕਾਲੀ ਦਲ ਨੇ। ਤੇ ਜਾਂ ਤਾਂ ਤੁਸੀਂ SYL ਗਾਣੇ ਦੇ ਹੱਕ ਦੀ ਗੱਲ ਕਰੋ ਜਾਂ ਤੁਸੀਂ ਸਮੇਧ ਸੈਣੀ ਦੇ ਹੱਕ ਦੀ ਗੱਲ। ਅਸੀਂ SYL ਦੇ ਹੱਕ ਦੀ ਗੱਲ ਕਰਾਂਗੇ। SYL ਇਹ ਦੱਸੋ, SYL ਨਹਿਰ ਰੋਕੀ ਕਿਹਨੇ ਸੀ, ਸਟਾਰਟ ਕਿਹਨੇ ਕੀਤਾ ਸੀ ਕੰਮ? ਸਭ ਤੋਂ ਪਹਿਲਾਂ ਉਹ ਪੰਜਾਬੀ ਸੂਬਾ ਨਹੀਂ ਬਣਨਾ ਸੀ। ਜਿਨ੍ਹਾਂ ਦੇ ਜ਼ਿਆਦੇ ਪੰਜਾਬ ਦਾ ਦਰਦ ਝਲਕਦਾ ਨਾ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਪੰਜਾਬੀ ਦਾ ਸੂਬਾ ਹੀ 20 ਸਾਲ ਲੜਾਈ ਲੜ ਕੇ ਅਕਾਲੀ ਦਲ ਨੇ ਹੋਂਦ 'ਚ ਲਿਆਂਦਾ। ਅਕਾਲੀ ਦਲ ਤਾਂ ਆਪਾਂ ਨੂੰ ਸੂਬਾ ਹੀ ਨਹੀਂ ਦਿੱਤਾ ਸੀ ਇਹਨਾਂ ਨੇ। ਨਹਿਰੂ ਜੀ ਜਦੇ ਮੁੱਕਰ ਗਏ ਸੀ, ਤਾਬਾ ਤੇ ਔਰ ਸੀ, ਅੱਬਾ ਤੇ ਔਰ ਸੀ। ਤੇ ਜਿਹੜੀ ਗੱਲ ਕਰਦੇ ਹੋ ਤੁਸੀਂ ਸਮੇਧ ਸੈਣੀ ਦੀ, ਸਮੇਧ ਸੈਣੀ ਅਕਾਲੀ ਦਲ ਦੀ ਚੁਆਇਸ ਨਹੀਂ ਸੀ, ਸਾਡੀ BJP ਨਾਲ ਸਾਡਾ ਸਮਝੌਤਾ ਸੀ। ਤੇ BJP ਨੇ ਜ਼ਿਆਦਾ ਜ਼ੋਰ ਦੇ ਕੇ ਕਿਹਾ ਕਿ ਸਾਡੀ ਇੱਕ ਗੱਲ ਮੰਨੋ, ਇਹ DGP ਲਾਓ। ਜਿੰਨੀ ਕਿ ਮੇਰੀ ਇੱਕ ਦੋ ਸੀਨੀਅਰ ਲੀਡਰ ਨਾਲ ਗੱਲ ਹੋਈ ਆ, ਪ੍ਰਕਾਸ਼ ਸਿੰਘ ਬਾਦਲ ਜੀ ਸਮੇਧ ਸੈਣੀ ਨੂੰ ਕਦੇ ਵੀ DGP ਨਹੀਂ ਲਾਉਣਾ ਚਾਹੁੰਦੇ ਸੀ, ਪਰ ਥੋੜ੍ਹਾ ਜਿਹਾ ਸਾਨੂੰ ਆਪਣੀ ਭਾਈਵਾਲ ਪਾਰਟੀ ਦੀ ਮੰਨਣੀ ਪਈ ਤੇ ਲਾਉਣਾ ਪਿਆ। ਤੇ ਮੈਂ ਸਮਝਦਾ ਉਹਦਾ ਸਾਨੂੰ ਖਮਿਆਜਾ ਵੀ ਭੁਗਤਣਾ ਪਿਆ। ਤੇ ਮੈਂ ਸਮਝਦਾ ਜਿਵੇਂ ਆਪਾਂ ਹੁਣ ਕਹਿੰਦੇ ਵੀ ਕੇਜਰੀਵਾਲ ਸਰਕਾਰ ਚਲਾ ਰਿਹਾ, ਉਦੋਂ ਭਾਜਪਾ ਸਰਕਾਰ ਚਲਾ ਰਹੀ ਸੀ ਅਕਾਲੀ ਦਲ ਵੇਲੇ? ਬਿਲਕੁਲ ਨਹੀਂ ਚਲਾ ਰਹੀ ਸੀ, ਸਾਰੇ ਫੈਸਲੇ DGP ਲਾਇਆ ਨਾ ਜੀ। DGP ਜੇ ਹੁਣ ਇੱਕ ਭਾਈਵਾਲ ਪਾਰਟੀ ਥੋੜ੍ਹਾ ਜਿਹਾ ਮੈਂ ਹੁਣ ਕੀ ਕਹਿ ਰਿਹਾ, ਜੇ ਅਸੀਂ ਥੋੜ੍ਹਾ ਬਹੁਤਾ ਦਿੱਲੀ ਦਾ ਮੰਨਿਆ ਤਾਂ ਹੀ ਨੁਕਸਾਨ ਹੋਇਆ ਨਾ। ਨੁਕਸਾਨ ਹੋਇਆ ਕਿਉਂ? ਤਾਂ ਹੀ ਹੋਇਆ ਜੇ ਅਸੀਂ ਥੋੜ੍ਹਾ ਬਹੁਤਾ ਦਿੱਲੀ ਦਾ ਮੰਨਿਆ। ਤੇ ਜੇ
ਅੱਜ ਜਿਹੜੀਆਂ ਪਾਰਟੀਆਂ ਨੂੰ ਤਾਂ ਚੁੰਦਾ ਚਲਾ ਹੀ ਰਹੀ ਦਿੱਲੀ ਰਹੀ ਆ 100%, ਫਿਰ ਉਹ ਕੀ ਹੱਲ ਕਰਨਗੇ ਪੰਜਾਬ ਦਾ? ਉਹ ਕੀ ਹੱਲ ਪੰਜਾਬ ਦਾ ਕਰਨਗੇ? ਸੋ ਇਸ ਲਈ ਅਕਾਲੀ ਦਲ ਤਾਂ ਹਮੇਸ਼ਾ ਦਿੱਲੀ ਏਜੰਡੇ ਦੇ ਖਿਲਾਫ ਰਿਹਾ, ਪੰਜਾਬ ਏਜੰਡੇ ਦੇ ਨਾਲ ਰਿਹਾ, ਤੇ ਪੰਜਾਬ ਭਾਵੇਂ ਸਰਕਾਰ ਬਣੇ ਭਾਵੇਂ ਨਾ ਬਣੇ, ਸਰਕਾਰਾਂ ਕੋਈ ਮੈਟਰ ਨਹੀਂ ਕਰਦੀਆਂ ਅਕਾਲੀ ਦਲ ਲਈ। ਅਕਾਲੀ ਦਲ ਦੀ ਹੋਂਦ ਹੀ, ਅਕਾਲੀ ਦਲ ਦੀ ਪਾਰਟੀ ਦੀ ਜਿਹੜੀ ਜਦੋਂ ਬਣੀ ਸੀ ਉਹਦਾ ਮਕਸਦ ਇਹ ਸੀ ਪੰਜਾਬ ਦੇ ਲਈ, ਕੌਮੀਅਤ ਲਈ, ਸਿੱਖਾਂ ਲਈ, ਘੱਟ ਗਿਣਤੀਆਂ ਲਈ, ਪੰਜਾਬੀਅਤ ਲਈ ਲੜਨਾ, ਤੇ ਉਹ ਅਕਾਲੀ ਦਲ ਲੜਦਾ ਰਹੂਗਾ। ਧੰਨਵਾਦ ਜੀ, ਤੁਸੀਂ ਗਲੋਬਲ ਪੰਜਾਬ ਲਈ ਸਮਾਂ ਕੱਢਿਆ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸੀਗੇ ਸਰਬਜੀਤ ਸਿੰਘ ਝਿੰਜਰ, ਜਿਹੜੇ ਯੂਥ ਅਕਾਲੀ ਦਲ ਦੇ ਬੁਲਾਰੇ ਹੈਗੇ। ਇਹਨਾਂ ਨਾਲ ਵੱਖ-ਵੱਖ ਮੁੱਦਿਆਂ ਤੇ ਲੈ ਕੇ ਜਿਹੜੇ ਅਕਾਲੀ ਦਲ ਨਾਲ ਜੁੜੇ ਮੁੱਦੇ ਨੇ ਉਹਨਾਂ ਤੇ ਗੱਲਬਾਤ ਕੀਤੀ ਹੈ, ਜਿਨ੍ਹਾਂ ਨੂੰ ਲੈ ਕੇ ਅਕਾਲੀ ਦਲ ਤੇ ਸਵਾਲ ਖੜੇ ਹੋ ਰਹੇ ਨੇ। ਉਹ ਸਾਰੇ ਮੁੱਦੇ ਜਿਹੜੇ ਨੇ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਨੇ ਆਪਣਾ ਪੱਖ ਜਿਹੜਾ ਹੈ ਉਹ ਰੱਖਿਆ। ਤੁਸੀਂ ਜੁੜੇ ਰਹੋ ਗਲੋਬਲ ਪੰਜਾਬ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਵੀਡੀਓ ਜਰਨਲਿਸਟ ਜਸਪ੍ਰੀਤ ਦੇ ਨਾਲ ਜਗਜੀਤ ਸਿੰਘ ਪੰਜੋਲੀ, ਧੰਨਵਾਦ।